ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਬ੍ਰੇਕ ਤੋਂ ਬਾਅਦ। ਹਰ ਹਫਤੇ ਭਾਈ ਸਾਹਿਬ ਭਾਈ ਸ਼ਰਨਜੀਤ ਸਿੰਘ ਜੀ ਸਾਡੇ ਕੋਲ ਸਟੂਡੀਓ ਦੇ ਵਿੱਚ ਆ ਕੇ ਸਾਡੇ ਨਾਲ ਸਾਂਝ ਪਾ ਰਹੇ ਨੇ ਆਨੰਦ ਸਾਹਿਬ ਜੀ ਦੀ ਬਾਣੀ, ਜੋ ਕਿ ਗੁਰੂ ਅਮਰਦਾਸ ਜੀ ਨੇ ਅੰਕਿਤ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ, ਕਿ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰਦੇ ਨੇ। ਬਾਣੀ ਜਿੱਥੇ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਜੇਕਰ ਸਾਨੂੰ ਉਸ ਦਾ ਮਤਲਬ ਨਹੀਂ ਪਤਾ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ, ਤਾਂ ਫਿਰ ਗੁਰੂ ਸਾਹਿਬ ਨੇ ਹੀ ਕਿਹਾ ਕਿ ਇਹ ਸਭ ਵਿਅਰਥ ਹੈ, ਅਸੀਂ ਸਿਰਫ ਆਪਣਾ ਸਮਾਂ ਹੀ ਬਰਬਾਦ ਕਰ ਰਹੇ ਹਾਂ। ਆਓ ਇਸ ਵਾਸਤੇ ਜੋ ਇਹ ਯਤਨ ਅਸੀਂ ਕਰ ਰਹੇ ਹਾਂ ਹਰ ਹਫਤੇ ਕਿ ਜਿਹੜੀ ਵੀ ਬਾਣੀ ਅਸੀਂ ਪੜ੍ਹੀਏ, ਭਾਵੇਂ ਘੱਟ ਪੜ੍ਹ ਲਈਏ, ਪਰ ਉਸ ਨੂੰ ਸਮਝ ਕੇ ਅਤੇ ਉਸ ਤੋਂ ਬਾਅਦ ਉਸ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ। ਇਸ ਮੰਤਵ ਨੂੰ ਮੁੱਖ ਰੱਖਦੇ ਹੋਏ ਆਓ ਅੱਜ ਵਿੱਚ ਤੁਹਾਨੂੰ ਸ਼ਾਮਲ ਕਰਦੇ ਹਾਂ ਆਨੰਦ ਸਾਹਿਬ ਦੀ 17ਵੀਂ ਪੌੜੀ ਵਿੱਚ। ਜੀ ਆਨੰਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਤੱਕ ਜੋ ਭਾਈ ਸਾਹਿਬ ਅਸੀਂ ਪਿੱਛੇ ਗੱਲਬਾਤ ਕੀਤੀ, ਉਸ ਵਿੱਚ ਬਾਰ-ਬਾਰ ਤੁਸੀਂ ਇਹ ਸਾਨੂੰ ਕਹਿ ਰਹੇ ਹੋ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਬਾਣੀ ਨੂੰ ਪੜ੍ਹੋ, ਸਮਝੋ ਅਤੇ ਉਸ ਦੇ ਉੱਤੇ ਤੁਰਨਾ ਸ਼ੁਰੂ ਕਰੋ। ਸੋ ਅੱਜ 17ਵੀਂ ਪੌੜੀ ਵਿੱਚ ਗੁਰੂ ਸਾਹਿਬ ਕੀ ਕਹਿੰਦੇ ਨੇ ਜੀ? 17ਵੀਂ ਪੌੜੀ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਵਨ ਦੀ ਪਵਿੱਤਰਤਾ ਕਿਵੇਂ ਹੋ ਸਕਦੀ ਹੈ ਇਸ ਦੇ ਬਾਰੇ ਉਪਦੇਸ਼ ਕਰਦੇ ਹਨ ਜੀ। ਪਾਤਸ਼ਾਹ ਕਹਿੰਦੇ ਨੇ, ਭਾਈ ਮਨੁੱਖ ਦਾ ਜੀਵਨ ਪਵਿੱਤਰ ਹੋ ਸਕਦਾ ਹੈ ਜੇ ਉਸ ਦੇ ਹਿਰਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਸਾਲਾ ਰੂਪੀ ਗੁਰੂ ਦਾ ਸ਼ਬਦ ਵਸ ਜਾਏ। ਅੱਜ ਦਾ ਬੰਦਾ ਜੀਵਨ ਦੀ ਪਵਿੱਤਰਤਾ ਵਾਸਤੇ ਬੜਾ ਉਦਮ ਕਰ ਰਿਹਾ ਹੈ ਜੀ। ਉਹ ਤੀਰਥਾਂ ਦਾ ਇਸ਼ਨਾਨ ਵੀ ਕਰਦਾ ਹੈ, ਪੂਜਾ ਪਾਠ ਵੀ ਕਰਦਾ ਹੈ, ਧਰਮ ਦੇ ਕਰਮ ਵੀ ਕਰਦਾ ਹੈ, ਦਾਨ ਪੁੰਨ ਵੀ ਕਰਦਾ ਹੈ, ਪਰ ਮਨੁੱਖ ਦਾ ਜੀਵਨ ਹਿਰਦਾ ਪਵਿੱਤਰ ਨਹੀਂ ਹੋ ਰਿਹਾ ਕਿਉਂਕਿ ਉਹਦੇ ਅੰਦਰ ਗੁਰੂ ਦੀ ਸੋਚ ਨਹੀਂ ਹੈ ਜੀ। ਜੇ ਗੁਰੂ ਦੀ ਸੋਚ, ਗੁਰੂ ਦੀ ਸਿੱਖਿਆ ਮਨ ਵਿੱਚ ਵਸ ਜਾਏ ਤਾਂ ਜੀਵਨ ਪਵਿੱਤਰ ਹੋ ਸਕਦਾ। ਜੀਵਨ ਦੀ ਪਵਿੱਤਰਤਾ ਦਾ ਮਤਲਬ ਇਹ ਨਹੀਂ ਹੈ ਕਿ ਉਹ ਮਨੁੱਖ ਇਸ਼ਨਾਨ ਕਰ ਲਏ ਤਾਂ ਪਵਿੱਤਰ ਹੋ ਜਾਏ। ਜੀਵਨ ਦੀ ਪਵਿੱਤਰਤਾ ਹੈ ਮਨੁੱਖ ਦੇ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਸਾਰੇ ਕਰਮ ਨਿਰਮਲ ਹੋ ਜਾਣ, ਉਹਦੇ ਬੋਲ ਮਿੱਠੇ ਹੋ ਜਾਣ, ਉਹਦੇ ਕਰਮ ਚੰਗੇ ਹੋ ਜਾਣ, ਕਿਸੇ ਦਾ ਬੁਰਾ ਉਹਦੇ ਮਨ ਵਿੱਚ ਨਾ ਆਏ, ਖਿਆਲ ਹੀ ਨਾ ਆਏ। ਤੇ ਪਾਤਸ਼ਾਹ ਕਹਿੰਦੇ ਨੇ, ਭਾਈ ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ। ਜਿਨ੍ਹਾਂ ਨੇ ਹਰੀ ਨੂੰ ਧਿਆਇਆ। ਹਰੀ ਨੂੰ ਧਿਆਉਣ ਦਾ ਮਤਲਬ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਜੀਵਨ ਦਾ ਆਧਾਰ ਬਣਾ ਲਿਆ ਕਿ ਅਸੀਂ ਸੱਚ ਤੋਂ ਟੁੱਟਣਾ ਨਹੀਂ ਹੈ, ਗੁਰੂ ਦੀ ਸਿੱਖਿਆ ਤੋਂ ਬਾਗੀ ਨਹੀਂ ਹੋਣਾ, ਆਕੀ ਨਹੀਂ ਹੋਣਾ। ਉਹ ਮਨੁੱਖ ਪਵਿੱਤਰ ਜੀਵਨ ਵਾਲੇ ਬਣ ਗਏ। ਅੱਜ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਜਾਂ ਕੋਈ ਮੰਦਰ ਜਾਂਦਾ ਜਾਂ ਮਸਜਿਦ ਜਾਂਦਾ ਹੈ, ਇਸਲਾਮ ਵਿੱਚ ਤਾਂ ਇੱਥੇ ਤੱਕ ਹੈ ਕਿ ਜੇ ਮਨੁੱਖ ਦੇ ਸਰੀਰ ਨੂੰ ਮਾੜਾ ਜਿਹਾ ਵੀ ਕੋਈ ਮੈਲ ਲੱਗ ਜਾਏ, ਕੱਪੜਿਆਂ ਨੂੰ ਵੀ ਲੱਗ ਜਾਏ, ਤਾਂ ਵੀ ਕਹਿੰਦੇ ਕਿ ਨਮਾਜ਼ ਨਹੀਂ ਪੜ੍ਹ ਸਕਦਾ। ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿਨ ਕਿਉਂ ਨਿਰਮਲ ਰੀਤ, ਗੁਰੂ ਨਾਨਕ ਪਾਤਸ਼ਾਹ ਨੇ ਫਰਮਾਨ ਕੀਤਾ। ਤੇ ਜਦੋਂ ਅਸੀਂ ਧਰਮ ਦਾ ਕੋਈ ਕਰਮ ਕਰਦੇ ਹਾਂ ਤਾਂ ਅਸੀਂ ਇਹ ਖਿਆਲ ਕਰਦੇ ਹਾਂ ਕਿ ਸਾਡਾ ਸਰੀਰ ਪਵਿੱਤਰ ਹੋਵੇ, ਸਾਫ਼ ਹੋਵੇ। ਮੈਂ ਕਹਿੰਦਾ ਕਿ ਜੇ ਇਹ ਬੜੀ ਵਧੀਆ ਗੱਲ ਹੈ ਕਿ ਅਸੀਂ ਗੁਰਦੁਆਰੇ, ਮੰਦਰ, ਮਸਜਿਦ ਜਿੱਥੇ ਵੀ ਜਾਂਦੇ ਹਾਂ ਸਾਫ਼ ਹੋ ਕੇ ਜਾਏ, ਵਧੀਆ ਗੱਲ ਹੈ। ਬਟ ਜੇ ਬੰਦਾ ਮਨ ਗੰਦਾ ਲੈ ਕੇ ਜਾਏ, ਕੀ ਉਹ ਪ੍ਰਵਾਨ ਹੋ ਸਕੇਗਾ? ਜੇ ਕੱਪੜੇ ਜਾਂ ਸਰੀਰ ਦੀ ਅਪਵਿੱਤਰਤਾ ਗੁਰਦੁਆਰੇ ਲੈ ਕੇ ਨਹੀਂ ਜਾਣੀ ਚਾਹੀਦੀ ਤਾਂ ਭਾਈ ਫਿਰ ਇਸ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਮਨ ਅੰਦਰ ਗੰਦਾ ਲੈ ਕੇ ਆ ਰਹੇ ਹਾਂ ਅਸੀਂ, ਇਹ ਗੰਦਾ ਮਨ ਵੀ ਇਹ ਤਾਂ ਕਦੇ ਵੀ ਪ੍ਰਵਾਨ ਹੋ ਸਕਦਾ ਕੱਪੜੇ ਵਾਲੀ ਗੱਲ ਚੱਲ ਸਕੇ। ਜੇ ਮਨ ਗੰਦਾ ਹੈ ਤਾਂ ਬੰਦਾ ਅੰਦਰ ਪ੍ਰਵਾਨ ਗੁਰੂ ਦੇ ਦਰ ਤੇ ਨਹੀਂ ਹੋਏਗਾ। ਪਾਤਸ਼ਾਹ ਦੇ ਪਾਵਨ ਬਚਨ ਨੇ, ਮਨ ਮੈਲਾ ਸਭ ਕੁਝ ਮੈਲਾ। ਭਾਈ ਜੇ ਮਨ ਮੈਲਾ ਹੈ ਤਾਂ ਫਿਰ ਸਭ ਕੁਝ ਹੀ ਮੈਲਾ ਹੈ। ਔਰ ਆਪਣੇ ਧਾਰਮਿਕ ਗ੍ਰੰਥਾਂ ਦੇ ਵਿੱਚ, ਪੁਰਾਤਨ ਗ੍ਰੰਥਾਂ 'ਚ ਇਹ ਗੱਲ ਲਿਖੀ ਹੋਈ ਹੈ ਕਿ ਜਦੋਂ ਸਿੱਖ ਧਰਮਸ਼ਾਲਾ ਵੱਲ ਜਾਏ, ਗੁਰਦੁਆਰੇ ਜਾਏ, ਤਾਂ ਜਦੋਂ ਘਰ ਤੋਂ ਤੁਰੇ ਤੇ ਗੁਰਦੁਆਰੇ ਤੱਕ ਜਾਏ, ਭਾਵ ਰਾਹ ਦੇ ਵਿੱਚ ਵੀ ਕਦੇ ਵੀ ਕੋਈ ਬੁਰਾ ਖਿਆਲ ਨਾ ਮਨ ਵਿੱਚ ਆ ਜਾਏ। ਜਦੋਂ ਗੁਰਦੁਆਰੇ ਜਾਏ, ਧਰਮ ਦੇ ਸਥਾਨ ਤੇ ਜਾਏ, ਇਹਦਾ ਮਤਲਬ ਇਹ ਨਹੀਂ ਕਿ ਗੁਰਦੁਆਰੇ ਜਾਣ ਵਾਲੀ ਉਸੇ ਟਾਈਮ ਤੇ ਹੀ, ਭਾਵ ਕਿ ਹਮੇਸ਼ਾ ਹੀ ਬੰਦੇ ਦੇ ਮਨ ਵਿੱਚ ਕਦੇ ਬੁਰਾ ਖਿਆਲ ਨਾ ਆਵੇ, ਕੋਈ ਮਾੜਾ ਪਰਾਇਆ ਰੂਪ ਤੱਕ ਕੇ, ਕਿਸੇ ਧਨ ਤੱਕ ਕੇ, ਚੋਰੀ ਠੱਗੀ ਆਦਿਕ ਦਾ ਕਿਸੇ ਤਰ੍ਹਾਂ ਦਾ ਕੋਈ ਬੁਰਾ ਖਿਆਲ ਨਾ ਆਵੇ। ਇਹ ਹੈ ਮਨ ਦੀ ਪਵਿੱਤਰਤਾ। ਅੱਜ ਜ਼ਿਆਦਾਤਰ ਇਸ ਨੂੰ ਸਰੀਰ ਦੀ ਪਵਿੱਤਰਤਾ ਤੱਕ ਹੀ ਜੋੜ ਕੇ ਰੱਖ ਦਿੱਤਾ ਗਿਆ। ਤੇ ਆਪਣੇ ਜਿਹੜੇ ਸਤਿਗੁਰੂ ਜੀ ਨੇ ਸਰੋਵਰ ਬਣਾਏ ਸੀ, ਜਿਸ ਪਰਪਸ ਵਾਸਤੇ ਬਣਾਏ ਸਨ ਕਿ ਇਹ ਸਰੋਵਰ ਇਸ ਕਰਕੇ ਹਨ, ਭਾਈ ਪਾਣੀ ਦੀ ਜੋ ਲੋੜ ਹੈ ਉਹ ਪੂਰੀ ਹੋ ਜਾਏ ਤੇ ਲੋਕਾਂ ਦੇ ਅੰਦਰ ਛੂਤ ਛਾਤ ਦਾ, ਜਾਤ ਪਾਤ ਦਾ ਜੋ ਵਹਿਮ ਭਰਮ ਸੀ, ਜਦੋਂ ਇੱਕੋ ਸਰੋਵਰ ਦੇ ਵਿੱਚ ਇਸ਼ਨਾਨ ਕਰਨਗੇ ਤਾਂ ਇਹਨਾਂ ਅੰਦਰੋਂ ਉਹ ਵੀ ਜਾਂਦਾ ਰਹੇਗਾ। ਪਰ ਅੱਜ ਅਸੀਂ ਗੁਰਦੁਆਰਿਆਂ ਦੇ ਵਿੱਚ ਜੋ ਆਪਣੇ ਸਰੋਵਰ ਬਣੇ ਹੋਏ ਨੇ ਉਹਨਾਂ ਨੂੰ ਪਵਿੱਤਰਤਾ ਵਾਲਾ ਮੰਨ ਲਿਆ ਤੇ ਅਸੀਂ ਉਹਦੇ ਵਿੱਚ ਵੀ ਫਿਰ ਜਿਹੜੀ ਜਗ੍ਹਾ ਉਹ ਡਿਵਾਈਡ ਕਰ ਲਈ ਵੱਖਰੀ ਵੱਖਰੀ ਕਿ ਇਹ ਜਗ੍ਹਾ ਇੱਥੇ ਲੈ ਕੇ ਇੰਨਾ ਜਿਹੜਾ ਥਾਂ ਨਾ
ਇਹ ਖਾਸ ਪਵਿੱਤਰ ਹੈ। ਬਿਲਕੁਲ। ਜਿੱਥੇ ਦੁੱਖ ਪਹਿਨੀ ਬੇਰੀ ਕਹਿੰਦੇ ਨਾ, ਉਹਦੀ ਮਹੱਤਤਾ ਜ਼ਿਆਦਾ ਹੈ। ਹਰ ਕੀ ਪੌੜੀ ਦੀ ਪੌੜੀ ਦੀ ਉਹਦੀ ਵੱਖਰੀ, ਜਿਹੜਾ ਪਾਸੇ ਰਹੇਗਾ ਉਹਦੀ ਨਹੀਂ ਹੈਗੀ। ਠੀਕ। ਸੋ ਇਹ ਸਾਡੇ ਅੰਦਰ ਵਹਿਮ ਜਿਹੜੇ ਬਣ ਗਏ, ਇਹਨਾਂ ਤੋਂ ਸਾਨੂੰ ਆਜ਼ਾਦ ਹੋਣ ਦੀ ਲੋੜ ਹੈ। ਜਪਜੀ ਸਾਹਿਬ ਦੀ ਪਹਿਲੀ ਪੌੜੀ ਤੱਕ ਅੱਜ ਸਿੱਖ ਉਹ ਪਹਿਲੀ ਪੰਕਤੀ ਨਹੀਂ ਸਮਝ ਸਕਦੇ, ਪੌੜੀ ਤਾਂ ਬੜੀ ਦੂਰ ਦੀ ਗੱਲ ਹੈ। ਪਹਿਲੀ ਪੰਕਤੀ ਹੈ ਜਪਜੀ ਸਾਹਿਬ ਦੀ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ। ਤੇ ਸਤਿਗੁਰੂ ਕਹਿੰਦੇ ਨੇ ਭਾਈ ਉਹ ਮਨੁੱਖ ਪਵਿੱਤਰ ਜੀਵਨ ਵਾਲੇ ਬਣ ਸਕਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦੀ ਸਿੱਖਿਆ, ਪਰਮਾਤਮਾ ਦਾ ਅਦਬ, ਡਰ ਵਸ ਜਾਏ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਹਰੀ ਕਿਵੇਂ ਧਿਆਉਣਾ ਹੈ? ਗੁਰੂ ਦੀ ਸਿੱਖਿਆ ਲੈ ਕੇ ਜੀ, ਗੁਰੂ ਦੇ ਅਨੁਸਾਰ ਹੋ ਕੇ, ਆਪਣੀ ਮਤ ਕਰਕੇ ਨਹੀਂ। ਅੱਜ ਅਸੀਂ ਧਿਆ ਰਹੇ ਹਰੀ ਬੜਾ ਸਿਮਰਨ ਕਰ ਰਹੇ ਹਾਂ ਤੇ ਸਮਾਗਮ ਨਵੇਂ ਸ਼ੁਰੂ ਹੋ ਰਹੇ ਨੇ। ਇੱਕ ਸਮਾਗਮ ਸ਼ੁਰੂ ਹੋਇਆ ਨਵਾਂ, ਜਾਪ ਤਾਪ ਸਮਾਗਮ। ਫੇਸਬੁੱਕ ਤੇ ਕਿਸੇ ਨੇ ਮੈਸੇਜ ਭੇਜਿਆ ਤੇ ਅਪਡੇਟ ਕੀਤਾ ਤੇ ਮੈਂ ਉਹ ਪੜ੍ਹਿਆ ਤੇ ਮੈਂ ਨਾਲ ਫਿਰ ਉੱਥੇ ਆਪਣਾ ਜਿਹੜਾ ਕਮੈਂਟ ਦਿੱਤਾ ਗੁਰਬਾਣੀ ਦਾ, ਉਹ ਗੁਰੂ ਪਾਤਸ਼ਾਹ ਦਾ ਹੁਕਮ ਹੈ, ਜਪ ਤਪ ਸੰਜਮ ਕਰਮ ਕਮਾਣੇ ਇਹ ਔਰੇ ਮੂਸੇ। ਠੀਕ। ਇਹ ਜਿੰਨੇ ਵੀ ਜਪ ਤਪ ਕਰਮ ਬੰਦਾ ਕਰ ਰਿਹਾ ਭਾਈ, ਜੇ ਸੱਚ ਤੇਰੇ ਅੰਦਰ ਨਹੀਂ ਹੈ, ਇਹ ਤਾਂ ਉਰੇ ਹੀ ਠੱਗੇ ਲੈ ਜਾਣੇ ਨੇ। ਆਤਮਿਕ ਜੀਵਨ ਦੇ ਰਸਤੇ ਤੇ ਇਹਨਾਂ ਦੀ ਕੋਈ ਜ਼ੀਰੋ ਵੈਲਿਊ ਵੀ ਨਹੀਂ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਜੇ ਬੰਦਾ ਐਸੇ ਕਰਮ ਕਰ ਰਿਹਾ ਹੈ, ਤਰ ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਉਸ ਸਮਾਗਮ ਵਿੱਚ ਕੀ ਕਰ ਰਹੇ ਨੇ ਕਿ ਤੁਸੀਂ ਆਪਣੇ ਘਰ ਬੈਠੇ ਮੂਲ ਮੰਤਰ ਦੇ ਇੰਨੇ ਪਾਠ ਕਰੋ, ਇੰਨੇ ਲੱਖ ਪਾਠਾਂ ਦਾ ਭੋਗ ਪੈਣਾ ਹੈ, ਉਹਦੇ ਤੁਸੀਂ ਕਿੰਨਾ ਹਿੱਸਾ ਪਾਉਣਾ ਤੁਸੀਂ ਦੱਸੋ, ਕਿੰਨੇ ਹਜ਼ਾਰ ਮੂਲ ਮੰਤਰ ਦੇ ਪਾਠ ਕਰਨੇ ਨੇ ਤੇ ਘਰ ਬੈਠੇ ਜਿਹੜੇ ਗੁਰੂ ਦੀ ਖੁਸ਼ੀ ਪ੍ਰਾਪਤ ਕਰੋ। ਗੁਰੂ ਦੀ ਖੁਸ਼ੀ ਭਾਈ ਇਸ ਤਰ੍ਹਾਂ ਗੁਰੂ ਦੀ ਮਰਿਆਦਾ ਤੋਂ ਉਲਟ ਜਾਣ ਦੇ ਵਿੱਚ ਗੁਰੂ ਦੀ ਖੁਸ਼ੀ ਕਿਸੇ ਨੂੰ ਪ੍ਰਾਪਤ ਨਹੀਂ ਹੋ ਸਕਦੀ। ਸਤਿਗੁਰੂ ਕਹਿੰਦੇ ਨੇ ਭਾਈ ਸਤਿਗੁਰ ਸੇਤੀ ਗਣਤ ਜੇ ਰੱਖੈ ਹਲਤ ਪਲਤ ਸਭ ਤਿਸ ਕਾ ਗਿਆ। ਜੋ ਗੁਰੂ ਨਾਲ ਗਿਣਤੀ ਕਰ ਰਿਹਾ ਹੈ ਉਹ ਬੰਦਾ ਦੁਨੀਆ ਨਾਲ ਕੀ ਕਰੇਗਾ। ਸਤਿਗੁਰੂ ਕਹਿੰਦੇ ਨੇ ਭਾਈ ਜਿਨ੍ਹਾਂ ਨੇ ਗੁਰੂ ਦੇ ਅਨੁਸਾਰ ਹੋ ਕੇ ਗੁਰੂ ਦੀ ਸਿੱਖਿਆ ਦੇ ਨਾਲ ਪਰਮਾਤਮਾ ਦੀ ਵਡਿਆਈ ਕੀਤੀ ਹੈ, ਪਰਮਾਤਮਾ ਦੇ ਗੁਣਾਂ ਨੂੰ ਅੰਦਰ ਵਸਾ ਲਿਆ, ਪਰਮਾਤਮਾ ਦੇ ਆਸਰੇ ਲੱਗ ਗਏ ਨੇ, ਉਹ ਮਨੁੱਖ ਪਵਿੱਤਰ ਜੀਵਨ ਵਾਲੇ ਬਣ ਗਏ ਨੇ। ਤੇ ਜਦੋਂ ਉਹ ਪਵਿੱਤਰ ਜੀਵਨ ਵਾਲਾ ਮਨੁੱਖ ਕੋਈ ਬਣਦਾ ਹੈ, ਉਹਦੀ ਸੰਗਤ ਵਿੱਚ ਰਹਿਣ ਵਾਲੇ ਮਨੁੱਖਾਂ ਤੇ ਵੀ ਉਹਦਾ ਅਸਰ ਪੈਂਦਾ ਹੈ, ਉਹ ਵੀ ਉਹਦੇ ਅਨੁਸਾਰ ਜੀਵਨ ਜਿਉਣ ਦੀ ਕੋਸ਼ਿਸ਼ ਕਰਦੇ ਨੇ। ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਓ, ਇੱਥੇ ਕਈ ਵਾਰੀ ਅਰਥਾਂ ਨੂੰ ਖਿੱਚ ਕੇ ਸਾਡੇ ਵਿਦਵਾਨ ਜਿਹੜੇ ਨੇ ਉਹ ਹੋਰ ਹੀ ਲੈ ਜਾਂਦੇ ਨੇ। ਕਈ ਥਾਂ ਤੇ ਇਹ ਗੱਲ ਠੀਕ ਹੈ ਕਿ ਗੁਰਬਾਣੀ 'ਚ ਕਈ ਵਾਰੀ ਦੋ ਗੱਲਾਂ ਆਉਂਦੀਆਂ ਨੇ, ਪ੍ਰਸੰਗ ਦੇ ਹਿਸਾਬ ਨਾਲ ਗੱਲ ਹੁੰਦੀ ਹੈ। ਜਿਵੇਂ ਇੱਕ ਸ਼ਬਦ ਆਉਂਦਾ ਹੈ ਆਪਾਂ ਰੋਜ਼ ਪੜ੍ਹਦੇ ਹਾਂ ਸੋਦਰ ਦੇ ਵਿੱਚ ਕਿ ਜਨਨ ਪਿਤਾ ਲੋਕ ਸੁਧ ਬੰਤਾ ਕੋਈ ਨਾ ਕਿਸ ਕੀ ਧਰਿਆ। ਜਾਂ ਆਨੰਦ ਸਾਹਿਬ ਵਿੱਚ ਵੀ ਆਉਂਦਾ ਇੱਕ ਸ਼ਬਦ ਪਿੱਛੇ ਆਇਆ, ਇਹ ਕੁਟੁੰਬ ਤੁਮ ਜੇ ਦੇਖਦੇ ਇਹ ਕੁਟੁੰਬ ਤੁਮ ਜੇ ਦੇਖਦੇ ਨਾ, ਪਰਿਵਾਰ ਜਿਹੜਾ ਤੇਰੇ ਨਾਲ ਨਹੀਂ ਚੱਲ ਸਕਦਾ ਤੇ ਇਸ ਨਾਲ ਕਿਉਂ ਚਿਤ ਲਾਈ ਹੈ। ਤਾਂ ਉਹ ਹੋਰ ਪ੍ਰਸੰਗ ਹੈ, ਇਹ ਪ੍ਰਸੰਗ ਹੋਰ ਹੈ। ਇੱਥੇ ਇਹਦਾ ਮਤਲਬ ਮਾਤਾ ਪਿਤਾ ਨਾਲ ਹੀ ਹੈ, ਪਰਿਵਾਰ ਦੇ ਨਾਲ ਹੀ ਭਾਈ, ਕਿ ਜਿਹੜੇ ਤੇਰੇ ਪਰਿਵਾਰ ਦੇ ਸਾਖ ਸੰਬੰਧੀ ਜੋ ਤੇਰੇ ਅਨੁਸਾਰ ਜੀਵਨ ਜਿਉਣਗੇ ਉਹ ਪਵਿੱਤਰ ਬਣਨਗੇ। ਇੱਥੇ ਇਹਦਾ ਮਤਲਬ ਇਹ ਨਹੀਂ ਕਰਨਾ ਕਿ ਮਤ ਜਿਹੜਾ ਇੱਥੇ ਮਾਤਾ ਮਤ ਦੀ ਗੱਲ ਕੀਤੀ ਹੈ, ਪਿਤਾ ਸੰਤੋਖ ਦੀ ਗੱਲ ਕੀਤੀ, ਉਹ ਇੱਥੇ ਗੱਲ ਨਹੀਂ ਹੈ। ਇੱਥੇ ਗੱਲ ਹੈ ਆਮ ਪਰਿਵਾਰ ਦੀ ਸੰਗਤ ਦੀ। ਜਿਹੜੇ ਬੰਦੇ ਗੁਰਮੁਖਾਂ ਦੀ ਸੰਗਤ ਕਰਨਗੇ ਉਹਨਾਂ ਦੇ ਜੀਵਨ ਵਿੱਚ ਸੱਚ ਆ ਜਾਏਗਾ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਤਾਂ ਹੀ ਆਖਿਆ ਸੀ ਆਪਣੇ ਭਾਈ ਮੰਝ ਜੀ ਬਾਰੇ ਕਿ ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ ਮੰਝ ਗੁਰੂ ਕਾ ਬੋਏ ਥਾ ਜਗ ਲੰਘਣ ਹਾਰਾ। ਜੋ ਮੰਝ ਦੇ ਵਾਂਗ ਜੀਵਨ ਜਿਉਣਗੇ ਉਹ ਜੀਵਨ ਸਫਲ ਕਰ ਜਾਣਗੇ, ਸਗੋਂ ਉਹਨਾਂ ਦੀ ਸੰਗਤ ਰੱਖਣ ਵਾਲੇ ਹੋਰ ਵੀ ਸਫਲ ਹੋਣਗੇ। ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ, ਸਾਰੇ ਉਹਨਾਂ ਦੇ ਸਾਖ ਸੰਬੰਧੀ ਜੋ ਉਹਦੀ ਗੱਲ ਮੰਨਣਗੇ ਉਹ ਪਵਿੱਤਰ ਜੀਵਨ ਵਾਲੇ ਬਣ ਜਾਣਗੇ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਐਸੇ ਬੰਦੇ ਕਹਿਣ ਵਾਲੇ ਵੀ, ਬਾਣੀ ਗਾਉਣ ਵਾਲੇ ਵੀ, ਪਰਮਾਤਮਾ ਦੀ ਵਡਿਆਈ ਕਰਨ ਵਾਲੇ, ਸੁਣਨ ਵਾਲੇ ਵੀ ਪਵਿੱਤਰ ਜੀਵਨ ਵਾਲੇ। ਸੇ ਪਵਿੱਤ ਉਹ ਵੀ ਪਵਿੱਤਰ ਜਿਨ੍ਹਾਂ ਨੇ ਮਨ ਵਿੱਚ ਗੁਰੂ ਦੀ ਸਿੱਖਿਆ ਟਿਕਾ ਲਈ ਹੈ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਧਿਆਇਆ। ਪਾਤਸ਼ਾਹ ਕਹਿੰਦੇ ਨੇ ਹੇ ਭਾਈ ਉਹ ਮਨੁੱਖ ਜਿਨ੍ਹਾਂ ਨੇ ਗੁਰੂ ਦੇ ਰਾਹੀਂ ਪਰਮਾਤਮਾ ਦੀ ਵਡਿਆਈ ਕਰਨੀ ਸ਼ੁਰੂ ਕੀਤੀ ਹੈ, ਸੱਚੇ ਮਨ ਦੇ ਨਾਲ ਪਰਮਾਤਮਾ ਦੇ ਗੁਣਾਂ ਨੂੰ ਅੰਦਰ ਵਸਾਉਣਾ ਸ਼ੁਰੂ ਕੀਤਾ, ਉਹ ਮਨੁੱਖ ਪਵਿੱਤਰ ਜੀਵਨ ਵਾਲੇ ਬਣ ਗਏ ਨੇ। ਤੇ ਆਪਣੀ 18ਵੀਂ ਪੌੜੀ ਪਾਤਸ਼ਾਹ ਕਹਿੰਦੇ ਨੇ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ। ਜੀ ਮਨੁੱਖ ਦੇ ਅੰਦਰ ਸਹਿਸਾ ਦਾ ਮਤਲਬ ਸਹਿਮ, ਡਰ, ਚਿੰਤਾ ਬਣੀ ਹੋਈ ਹੈ, ਫਿਕਰ ਬਣਿਆ ਹੋਇਆ ਹੈ। ਇਹ ਚਿੰਤਾ, ਇਹ ਡਰ, ਇਹ ਭਟਕਣਾ ਮਨੁੱਖ ਦੇ ਆਪਣੇ ਉਦਮ ਦੇ ਨਾਲ ਦੂਰ ਨਹੀਂ ਹੋ ਸਕਦੀ। ਕਰਮੀ ਸਹਿਜ, ਸਹਿਜ ਦਾ ਮਤਲਬ ਹੈ ਅਡੋਲਤਾ,
एक है चिंता वाली दुविधा वाली अवस्था, एक है अडोलता वाली अवस्था। ਜੀ ਅਡੋਲਤਾ ਵਾਲੀ ਅਵਸਥਾ ਮਨੁੱਖ ਦੇ ਆਪਣੇ ਉਦਮ ਕਰਕੇ ਨਹੀਂ ਹੋ ਸਕਦੀ। ਜਾਪ ਤਾਪ ਗਿਆਨ ਸਭ ਧਿਆਨ ਬੰਦਾ ਕਿੰਨੇ ਕਰਮ ਕਰੀ ਚੱਲੇ। ਵਿਣ ਸਹਿਜੈ ਤੇ ਸਹਿਜ ਤੋਂ ਬਿਨਾ ਸਹਸਾ ਚਿੰਤਾ ਤੋਖਲਾ ਖਤਮ ਨਹੀਂ ਹੋ ਸਕਦਾ। ਨਹੀਂ ਜਾਏ ਸਹਸਾ ਕਿਤੇ ਸੰਜਮ, ਬੰਦਾ ਆਪਣੇ ਮਨ ਦੇ ਪਿੱਛੇ ਲੱਗ ਕੇ ਕਿੰਨਾ ਕਰਮ ਕਰੀ ਚੱਲੇ, ਧਰਮ ਦੇ ਕਰਮ ਕਰੀ ਚੱਲੇ ਜਾਂ ਜਿੰਨਾ ਵੀ ਜੋ ਉਹਨੂੰ ਚੰਗਾ ਲੱਗਦਾ ਕਰੀ ਜਾਏ, ਪਰ ਮਨੁੱਖ ਦੇ ਅੰਦਰ ਅਡੋਲਤਾ ਨਹੀਂ ਵਸ ਸਕਦੀ ਤੇ ਨਾ ਉਹਦੇ ਅੰਦਰੋਂ ਚਿੰਤਾ ਦੂਰ ਹੋ ਸਕਦੀ। ਕਿਤੇ ਸੰਜਮ ਰਹੇ ਕਰਮ ਕਮਾਏ, ਮਨੁੱਖ ਜਿਹੜਾ ਕਿੰਨੇ ਵੀ ਕਰਮ ਕਰੀ ਚੱਲੇ ਪਰ ਉਹ ਸੱਚ ਦੇ ਨੇੜੇ ਨਹੀਂ ਜਾ ਸਕਦਾ। ਸਹਸੈ ਜਿਉ ਮਲੀਨ ਹੈ ਕਿ ਸੰਜਮ ਤੋਤਾ ਜਾਏ, ਤੇ ਇਸ ਤੋਖਲੇ ਕਰਕੇ ਭਟਕਣਾ ਕਰਕੇ ਮਨੁੱਖ ਦਾ ਮਨ ਮੈਲਾ ਹੈ। ਇਹ ਮਨ ਕਿਵੇਂ ਸਾਫ਼ ਹੋਏ? ਮਨ ਧੋਵੋ ਸ਼ਬਦ ਲਾਗੋ ਹਰਸ਼ੋਂ ਰਹੋ ਚਿਤ ਲਾਏ। ਇਹ ਮਨ ਸ਼ੁੱਧ ਹੋਏਗਾ ਜੇ ਇਸ ਮਨ ਨੂੰ ਸ਼ਬਦ ਦੇ ਨਾਲ ਜੋੜ ਕੇ ਧੋਤਾ ਜਾਏ, ਗੁਰੂ ਦੇ ਸ਼ਬਦ ਦੇ ਨਾਲ ਮਨ ਦੀ ਮੈਲ ਕੱਟੀ ਜਾਏ। ਹਰਸ਼ੋਂ ਰਹੋ ਚਿਤ ਲਾਏ, ਪਰਮਾਤਮਾ ਦੇ ਗੁਣਾਂ ਦੇ ਨਾਲ ਚਿਤ ਜੋੜ ਕੇ ਰੱਖੋ, ਗੁਣਾਂ ਤੋਂ ਟੁੱਟੋ ਨਾ। ਨਾ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਸਾ ਇਉ ਜਾਏ। ਗੁਰੂ ਦੀ ਮਿਹਰ ਦੇ ਨਾਲ ਮਨੁੱਖ ਦੇ ਹਿਰਦੇ ਵਿੱਚ ਸਹਿਜ ਪੈਦਾ ਹੁੰਦਾ ਹੈ, ਅਡੋਲਤਾ ਪੈਦਾ ਹੁੰਦੀ ਹੈ। ਜਦੋਂ ਅਡੋਲਤਾ ਪੈਦਾ ਹੋ ਜਾਏ ਤਾਂ ਚਿੰਤਾ ਤੋਖਲੇ ਭਟਕਣਾ ਆਪਣੇ ਆਪ ਮੁੱਕ ਜਾਂਦੀ ਹੈ। ਤੇ ਮਨ ਸਾਫ਼ ਕਰਨ ਦਾ ਤਰੀਕਾ ਹੈ ਗੁਰੂ ਦੀ ਸਿੱਖਿਆ ਮੰਨਣਾ। ਤੀਰਥ ਨਾਮਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ। ਸੋ ਅੱਗੇ ਗੁਰੂ ਸਾਹਿਬ ਕੀ ਕਰਨ ਜੀ, ਅਗਲੀ ਪੌੜੀ 'ਚ ਇਸ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝ ਪਾਵਾਂਗੇ, ਕਿਉਂਕਿ ਇਹ ਬੜੀ ਮਹੱਤਤਾ ਦੀ ਗੱਲ ਹੈਗੀ ਹੈ। ਹਰ ਇੱਕ ਪੌੜੀ 'ਚ ਇੱਕ ਸਾਨੂੰ ਸੰਦੇਸ਼ ਮਿਲਦਾ ਹੈ ਅਤੇ ਬਾਰ-ਬਾਰ ਜੇਕਰ ਅਸੀਂ ਦੇਖੀਏ ਇੱਕੋ ਚੀਜ਼ ਦੇ ਤੋਂ ਹੀ ਗੁਰੂ ਸਾਹਿਬ ਕਹਿ ਰਹੇ ਨੇ, ਆਪਣੇ ਆਪ ਨੂੰ ਪਵਿੱਤਰ ਕਰਨਾ ਹੈ। ਤੇ ਪਵਿੱਤਰ ਜਦੋਂ ਅਸੀਂ ਅੱਜ ਬਣਾ ਲਿਆ ਕਿ ਸਿਰਫ ਅਸੀਂ ਡੁਬਕੀ ਲਾ ਕੇ ਹੀ ਪਵਿੱਤਰ ਹੋਣਾ ਹੈ ਜਾਂ ਅਸੀਂ ਕੁਝ ਕਰਮ ਕਾਂਡਾਂ ਨਾਲ ਪਵਿੱਤਰ ਹੋਵਾਂਗੇ, ਗੁਰੂ ਸਾਹਿਬ ਬਿਲਕੁਲ ਇਸ ਦੇ ਉਲਟ ਜੋ ਹੈ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਅਸੀਂ ਆਪਣੀ ਬਿਰਤੀ ਨੂੰ ਉੱਚਾ ਚੁੱਕਣਾ ਤਾਂ ਤਦ ਹੀ ਹੋਏਗੀ ਜੇਕਰ ਅਸੀਂ ਆਪਣੇ ਮਨ ਨੂੰ ਜੋ ਹੈ ਸਾਫ਼ ਕਰਾਂਗੇ। ਇਸ ਬ੍ਰੇਕ ਤੋਂ ਬਾਅਦ ਹੋਰ ਸਾਂਝ ਪਾਉਂਦੇ ਜੀ। ਸੋ ਆਓ ਜੀ ਮੁੜ ਤੋਂ ਤੁਹਾਨੂੰ ਸ਼ਾਮਿਲ ਕਰਦੇ ਹਾਂ ਕਿ ਜੋ ਅਸੀਂ ਆਨੰਦ ਸਾਹਿਬ ਜੀ ਦੀ ਵਿਆਖਿਆ ਭਾਈ ਸਾਹਿਬ ਭਾਈ ਸ਼ਰਨਜੀਤ ਸਿੰਘ ਜੀ ਨਾਲ ਸਾਂਝ ਪਾ ਰਹੇ ਹਾਂ, ਉਸ ਵਿੱਚ 19ਵੀਂ ਪੌੜੀ ਵਿੱਚ ਗੁਰੂ ਅਮਰਦਾਸ ਜੀ ਕੀ ਉਪਦੇਸ਼ ਕਰਦੇ ਨੇ। ਜੀ ਭਾਈ ਸਾਹਿਬ ਜੀ 19ਵੀਂ ਪੌੜੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਬੰਦੇ ਦਾ ਜੋ ਡਬਲ ਸਟੈਂਡਰਡ ਬਣਾਇਆ, ਬੰਦਾ ਦੁਵਿਧਾ ਵਿੱਚ ਹੈ, ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਜੀ। ਐਸਾ ਬੰਦਾ ਆਪਣੇ ਜੀਵਨ ਦੀ ਬਾਜ਼ੀ ਨੂੰ ਹਾਰ ਜਾਂਦਾ ਹੈ। ਐਸਾ ਬੰਦਾ ਪਰਮਾਤਮਾ ਦੇ ਦਰ ਤੇ ਪ੍ਰਮਾਣ ਨਹੀਂ ਹੋ ਸਕਦਾ। ਸੱਚਿਆਰ ਮਨੁੱਖਾਂ ਦੇ ਅੰਦਰ ਉਹਦੀ ਇੱਜ਼ਤ ਨਹੀਂ ਬਣ ਸਕੇਗੀ ਜੀ। ਸਤਿਗੁਰ ਕਹਿੰਦੇ ਨੇ ਜਿਉ ਮੈਲੇ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੋ ਹੈ ਹਾਰਿਆ। ਜਿਹੜੇ ਮਨੁੱਖ ਅੰਦਰੋਂ ਤਾਂ ਮੈਲੇ ਹਨ, ਜੀ ਕਰਕੇ ਮਨ ਕਰਕੇ ਆਤਮਾ ਕਰਕੇ, ਤੇ ਬਾਹਰੋਂ ਆਪਣੇ ਆਪ ਨੂੰ ਨਿਰਮਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਐਸੇ ਮਨੁੱਖ ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਬਾਹਰੋਂ ਸਾਫ਼ ਸ਼ੁੱਧ ਦਿਖਣ ਨੂੰ ਧਰਮੀ ਲੱਗਦੇ ਨੇ ਪਰ ਅੰਦਰੋਂ ਉਹਨਾਂ ਦੇ ਕਪਟ ਹੈ, ਠੱਗੀ ਹੈ। ਐਸੇ ਬੰਦੇ ਤਿਨੀ ਜਨਮ ਜੋ ਹੈ ਹਾਰਿਆ, ਉਹਨਾਂ ਨੇ ਆਪਣਾ ਜੀਵਨ ਇੰਜ ਹਾਰ ਦਿੱਤਾ ਜਿਵੇਂ ਕੋਈ ਜੁਆਰੀ ਜੂਏ ਦੇ ਵਿੱਚ ਹਾਰ ਜਾਂਦਾ ਹੈ, ਕੰਗਾਲ ਹੋ ਜਾਂਦਾ ਹੈ। ਇਸੇ ਤਰ੍ਹਾਂ ਉਹ ਮਨੁੱਖ ਜਿਨ੍ਹਾਂ ਦੇ ਅੰਦਰ ਸੱਚ ਨਹੀਂ ਹੈ, ਕਹਿਣੀ ਹੋਰ ਹੈ ਤੇ ਕਰਨੀ ਹੋਰ ਹੈ, ਐਸੇ ਮਨੁੱਖਾਂ ਨੇ ਆਪਣਾ ਜੀਵਨ ਹਾਰ ਦਿੱਤਾ ਹੈ, ਗਵਾ ਦਿੱਤਾ ਹੈ। ਪਾਤਸ਼ਾਹ ਜੀ ਪਾਵਨ ਬਾਣੀ 'ਚ ਫਰਮਾਨ ਕਰਦੇ ਨੇ, ਭਾਈ ਪਰਮਾਤਮਾ ਤੋਂ ਕੋਈ ਗੱਲ ਲੁਕ ਨਹੀਂ ਸਕਦੀ। ਜੇ ਬੰਦਾ ਸੋਚੇ ਕਿ ਮੇਰੇ ਅੰਦਰ ਕੀ ਚੱਲਦਾ, ਇਹ ਵਾਕਈ ਦੁਨੀਆ ਨਹੀਂ ਜਾਣ ਸਕਦੀ, ਮੇਰੇ ਅੰਦਰ ਕੀ ਚੱਲਦਾ ਕੋਈ ਨਹੀਂ ਜਾਣ ਸਕਦਾ ਜੀ। ਪਰ ਪਰਮੇਸ਼ਰ ਤੋਂ ਕੋਈ ਗੱਲ ਛਿਪ ਨਹੀਂ ਸਕਦੀ। ਦੇ ਕਿਵਾੜ ਅਨਿਕ ਪੜਦੇ ਮੈਂ ਪਰਦਾਰਾ ਸੰਗ ਫਾਕੈ, ਤੂੰ ਬੁਰੇ ਕੰਮ ਕਰਦਾ ਲੁਕ ਕੇ ਕਰਦਾ ਹੈ, ਪਰ ਚਿਤਰਗੁਪਤ ਪਰਮਾਤਮਾ ਦੇ ਹੁਕਮ ਦੇ ਵਿੱਚ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਠਾਕੈ। ਜਾਂ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਾਂ ਛੁਪਾਵੇ। ਬੰਦਾ ਬੜੇ ਬੁਰੇ ਕੰਮ ਕਰਦਾ ਹੈ ਤੇ ਇਹ ਕਰਦਾ ਹੀ ਉਦੋਂ ਹੈ ਜਿਸ ਵੇਲੇ ਇਹ ਸੋਚੇ ਕਿ ਹੁਣ ਕੋਈ ਨਹੀਂ ਦੇਖਦਾ ਪਿਆ, ਪਰ ਇਹ ਗੱਲ ਭੁੱਲ ਜਾਂਦਾ ਹੈ ਕਿ ਪਰਮਾਤਮਾ ਹਮੇਸ਼ਾ ਹੀ ਦੇਖਦਾ ਹੈ। ਪਰਮਾਤਮਾ ਤਾਂ ਕੋਈ ਗੱਲ ਲੁਕੀ ਹੋਈ ਨਹੀਂ ਹੈ। ਐਸਾ ਬੰਦਾ ਆਪਣੇ ਜੀਵਨ ਦੀ ਬਾਜ਼ੀ ਨੂੰ ਹਾਰ ਜਾਂਦਾ ਹੈ ਤੇ ਐਸੇ ਲੋਕਾਂ ਦੀ ਸਮਾਜ ਦੇ ਵਿੱਚ ਦੁਨੀਆ ਵਿੱਚ ਭਰਮਾਰ ਹੈ। ਜੇ ਅਸੀਂ ਕੇਵਲ ਕਹੀਏ ਧਰਮੀ ਬੰਦੇ ਐਸੇ ਨੇ, ਆਮ ਜੀਵਨ ਵਿੱਚ ਵੀ ਇੱਦਾਂ ਹੀ ਹੋਏਗਾ। ਕਿਸੇ ਦੇ ਘਰ ਕੋਈ ਮਹਿਮਾਨ ਆ ਜਾਏ ਤੇ ਬੰਦਾ ਭਾਵੇਂ ਅੰਦਰ ਕਿੰਨਾ ਦੁਖੀ ਬੈਠਿਆ ਹੋਵੇ, ਇੱਕਦਮ ਫੇਸ ਤੇ ਝੂਠੀ ਸਮਾਈਲ ਲਾ ਕੇ ਮਿਲੇਗਾ ਤੇ ਅੰਦਰ ਉਹਦੇ ਇਹੀ ਚੱਲਦੀ ਕਲਪਨਾ ਕਿ ਇਸ ਵੇਲੇ ਕਿਉਂ ਆ ਗਿਆ, ਤੇ ਉਹਨੂੰ ਮਿਲ ਕੇ ਤਾਂ ਇਹ ਕਹੇਗਾ ਕਿ ਵਾਹ ਵਾਹ ਤੁਸੀਂ ਆਏ ਜੀ, ਬੜਾ ਜੀ ਆਇਆ ਨੂੰ, ਕਿਹੜੀ ਜੀ ਕਰ ਨਾਰਾਇਣ ਆ ਗਏ, ਇਹ ਵਾਲੀ ਗੱਲ ਕਰੇਗਾ। ਪਰ ਅੰਦਰ ਕਹਿੰਦੇ ਦਫਾ ਕਿਉਂ ਹੁੰਦਾ ਇੱਥੋਂ, ਇਹ ਹਾਲ ਸਾਡਾ ਬਣਿਆ ਹੋਇਆ ਹੈ। ਪਾਤਸ਼ਾਹ ਕਹਿੰਦੇ ਜਿਹੜੇ ਬੰਦੇ ਡਬਲ ਸਟੈਂਡਰਡ ਵਾਲੇ ਨੇ ਇਸ ਤਰ੍ਹਾਂ ਦੇ,
ਉਹ ਬੰਦੇ ਰੱਬ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦੇ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ। ਪਾਤਸ਼ਾਹ ਕਹਿੰਦੇ ਨੇ ਕਿ ਜੇ ਤੀਰਥਾਂ ਦਾ ਇਸ਼ਨਾਨ ਕਰ ਲਏ ਬੰਦਾ, ਧਾਰਮਿਕ ਸਥਾਨ ਤੇ ਇਸ਼ਨਾਨ ਕਰਕੇ ਕਹੇ ਕਿ ਮੈਂ ਪਵਿੱਤਰ ਹੋ ਗਿਆ, ਐਸਾ ਬੰਦਾ ਭਾਈ ਪਵਿੱਤਰ ਨਹੀਂ ਹੋ ਸਕਦਾ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਜਿਨ੍ਹਾਂ ਦੇ ਅੰਦਰ ਰੇਸ਼ਮ ਹੈ ਤੇ ਭਾਵ ਕਿ ਅੰਦਰ ਸ਼ੁਭ ਗੁਣ ਭਰੇ ਹੋਏ ਨੇ ਤੇ ਬਾਹਰੋਂ ਭੋਲੇ ਬਣ ਕੇ ਰਹਿੰਦੇ ਨੇ, ਉਹ ਮਾਲਕ ਦੇ ਦਰ ਤੇ ਪ੍ਰਮਾਣ ਨੇ। ਤੇ ਜਿਨ੍ਹਾਂ ਨੇ ਦਿਖਾਇਆ ਇਹ ਕਿ ਅੰਦਰ ਤਾਂ ਗੁੱਦੜ ਹੈ ਤੇ ਬਾਹਰ ਜਿਹੜਾ ਉਹਨਾਂ ਦੇ ਅੰਦਰ ਰੇਸ਼ਮੀ ਕਪੜਾ ਪਾਇਆ, ਭਾਵ ਕਿ ਬਾਹਰ ਤਾਂ ਗੁਣ ਕੋਈ ਹੈ ਨਹੀਂ ਤੇ ਅੰਦਰ ਦਿਖਾਇਆ ਕਿ ਮੈਂ ਬੜਾ ਧਰਮੀ ਹਾਂ, ਬੜਾ ਉਹ ਹਾਂ, ਤੇ ਐਸਾ ਬੰਦਾ ਰੱਬ ਨੂੰ ਪ੍ਰਵਾਨ ਨਹੀਂ ਹੋ ਸਕਦਾ। ਐਸੇ ਬੰਦੇ ਜੇਕਰ 68 ਤੀਰਥ ਜੇ ਨਾਵੇਂ ਉਤਰੇ ਨਾਹੀ ਮਹਿਲ, ਤਾਂ ਵੀ ਉਹਨਾਂ ਦੇ ਮਨ ਦੀ ਮੈਲ, ਮਨ ਦੇ ਜੋ ਕਪਟ ਢੰਗ, ਜੋ ਫਰੇਬ ਵਸਿਆ ਹੋਇਆ ਹੈ, ਉਹ ਨਹੀਂ ਉਤਰਦਾ। ਤੇ ਐਸੇ ਬੰਦੇ ਜੀਵਨ ਨੂੰ ਹਾਰ ਜਾਂਦੇ ਨੇ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਤੇ ਇਹ ਮਾਇਆ ਦੀ ਤ੍ਰਿਸ਼ਨਾ, ਲਾਲਚ ਆਦਿਕ ਮਨੁੱਖ ਦੇ ਜੀਵਨ ਨੂੰ ਬੜਾ ਵੱਡਾ ਰੋਗ ਲੱਗਿਆ ਹੋਇਆ ਹੈ। ਤੇ ਬੰਦੇ ਦਾ ਜੀਵਨ ਕਾਇਦੇ ਵਾਸਤੇ, ਆਨੰਦ ਵਾਸਤੇ। ਜੇ ਬੰਦਾ ਬਿਮਾਰ ਹੋਵੇ ਉਹਨੂੰ ਖੁਸ਼ੀ ਹੋ ਸਕਦੀ? ਕਦੇ ਵੀ ਨਹੀਂ ਹੋ ਸਕਦੀ। ਰੋਗ ਹੈ ਬੰਦਾ ਰੋਗੀ ਤੇ ਪ੍ਰੀਟੈਂਡ ਇੰਜ ਕਰ ਰਿਹਾ ਹੈ ਕਿ ਮੈਂ ਬੜਾ ਵੱਡਾ ਆਨੰਦ ਦੇ ਵਿੱਚ ਹਾਂ, ਦਿਖਾ ਇਹ ਰਿਹਾ ਹੈ। ਪਰ ਇਹਨਾਂ ਦੋਵਾਂ ਦਾ ਗੱਲਾਂ ਦਾ ਆਪਸ ਵਿੱਚ ਕੋਈ ਸਾਂਝ ਨਹੀਂ ਹੈ। ਮਰਨ ਮਨੋਂ ਵਿਸਾਰਿਆ, ਮਾਇਆ ਦੇ ਲਾਲਚ ਵਿੱਚ ਲੱਗ ਕੇ, ਫਰੇਬ ਵਿੱਚ ਲੱਗ ਕੇ, ਔਗਣਾਂ 'ਚ ਪੈ ਕੇ ਬੰਦੇ ਨੇ ਮੌਤ ਦਾ ਡਰ ਹੀ ਭੁਲਾ ਦਿੱਤਾ। ਖਾਣਾ ਪੀਣਾ, ਹੱਸਣਾ ਸੋਹਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਇਹ ਸੱਚ ਨੂੰ ਭੁੱਲ ਗਿਆ ਤੇ ਫਿਰ ਆਪਣੇ ਆਪ ਨੂੰ ਗਲਤ ਕੰਮ ਕਰਕੇ ਵੀ ਬੰਦਾ ਆਪਣੇ ਨੂੰ ਜਸਟੀਫਾਈ ਕਰਦਾ ਹੈ, ਕਹਿੰਦਾ ਕਿ ਮੈਂ ਠੀਕ ਹਾਂ, ਫਲਾਣੇ ਗ੍ਰੰਥ ਵਿੱਚ ਲਿਖਿਆ ਹੋਇਆ ਹੈ। ਅੱਜ ਇਹ ਸਾਡੇ ਨਾਲ ਵੀ ਹੋ ਰਿਹਾ ਹੈ ਕਿ ਬੰਦੇ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ, ਆਪਣੀ ਮਤ ਨੂੰ ਜਸਟੀਫਾਈ ਕਰਨ ਲਈ ਗੁਰਬਾਣੀ ਦੇ ਵਿੱਚੋਂ ਪ੍ਰਮਾਣ ਦੇਣਗੇ ਕਿ ਜੀ ਦਸਮ ਗ੍ਰੰਥ ਦੇ ਵਿੱਚ ਜੇ ਕਿਤੇ ਇਹ ਗੱਲ ਆਈ ਨਾ, ਤਾਂ ਗੁਰਬਾਣੀ 'ਚ ਵੀ ਇਸ ਤਰ੍ਹਾਂ ਦੀ ਗੱਲ ਹੈ। ਉਹ ਗੁਰਬਾਣੀ ਜਿਹੜਾ ਉਹ ਮਹਾਨ ਸੱਚ, ਉਹ ਪਵਿੱਤਰ ਸੱਚ, ਉਹ ਜੋ ਉਪਦੇਸ਼ ਕਰਨਾ ਉਹਦਾ ਪਿੱਛੇ ਮਕਸਦ ਕੀ ਹੈ, ਤੇ ਦਸਮ ਗ੍ਰੰਥ ਵਿੱਚ ਜੋ ਕੂੜ ਉਹਦਾ ਮਕਸਦ ਕੀ ਹੈ ਉਹ ਨਹੀਂ ਜਾਣਦਾ। ਪਰ ਉਹ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਕਿ ਨਹੀਂ ਅਸੀਂ ਠੀਕ ਹਾਂ, ਉਹਦੇ ਵਿੱਚ ਉਹ ਇੱਕੋ ਹੀ ਗੱਲ ਹੈ। ਐਸੇ ਲੋਕ ਫਿਰ ਉਹ ਧਰਮ ਦੀਆਂ ਗੱਲਾਂ ਕਰਨਗੇ। ਮੈਂ ਇੱਕ ਆਪਣਾ ਅਖਬਾਰ ਛਪਦਾ, ਇੱਥੇ ਵੀ ਆਉਂਦਾ ਹੈ ਜੀ, ਅਸ਼ਲੀਲਤਾ ਦੀ ਗੱਲ ਆਈ ਤੇ ਆਪਣੇ ਪ੍ਰੋਫੈਸਰ ਰਵੀ ਸਿੰਘ ਧੁੰਦਾ ਉਹ ਤਾਂ ਹਰ ਗੱਲ ਤੇ ਬੜੀ ਬਾਖੂਬੀ ਨਾਲ ਬੋਲਦੇ ਨੇ, ਬੜਾ ਧੜਕ ਹੋ ਕੇ ਬੋਲਦੇ ਨੇ। ਉਹਨਾਂ ਨੇ ਕਈ ਵਾਰੀ ਗੱਲ ਕੀਤੀ, ਮੈਨੂੰ ਲੱਗਦਾ ਸ਼ਾਇਦ ਇਹਨਾਂ ਲੋਕਾਂ ਤੇ ਉਹਨਾਂ ਦੀ ਗੱਲਾਂ ਦਾ ਅਸਰ ਹੋ ਰਿਹਾ ਹੈ ਤੇ ਬੋਖਲਾਏ ਪਏ ਨੇ। ਉਹਨੇ ਲਿਖਿਆ ਸਾਹਿਤ ਵਿੱਚ ਅਸ਼ਲੀਲਤਾ, ਗੀਤਾਂ ਵਿੱਚ ਅਸ਼ਲੀਲਤਾ ਦੇ ਉੱਤੇ ਕੋਈ ਟੌਪਿਕ ਲਿਖਿਆ ਬੰਦੇ ਨੇ, ਤੇ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਉਹਨੇ ਦਲੀਲ ਕੀ ਦਿੱਤੀ ਹੈ। ਕਹਿੰਦੇ ਜੀ ਇਹ ਬੰਦੇ ਕਹਿੰਦੇ ਨੇ ਕਿ ਜੇ ਕੋਈ ਗਾਇਕ ਗੀਤ ਗਾਉਂਦਾ ਤਾਂ ਆਪਣੇ ਘਰ ਵਿੱਚ ਬੈਠ ਕੇ ਮਾਤਾ ਪਿਤਾ ਪਤਨੀ ਨੂੰ ਸੁਣਾਏ ਜੀ, ਲੱਗ 28 ਕੁੜੀ ਦਾ ਜਾਂ ਹੋਰ ਨੱਚਦੀ ਬਾਂਹ ਫੜ ਲਈ, ਕੀ ਹੋਇਆ ਵਾਲੀ ਗੱਲਾਂ। ਤੇ ਉਹ ਕਹਿੰਦਾ ਕਿ ਭਾਈ ਜਿਸ ਗਾਇਕ ਨੇ ਗਾਇਆ ਉਹਨੇ ਤਾਂ YouTube ਤੇ ਪਾਇਆ। ਇੰਨਾ ਸਾਡਾ ਜ਼ਮੀਰ ਮਰਿਆ ਹੋਇਆ ਹੈ ਕਿ ਆਪਣੇ ਜਸਟਿਸ ਕੇ ਅਸੀਂ ਸੁਣਾ ਰਹੇ ਆਪਣੇ ਮਾਂ ਭੈਣਾਂ ਨੂੰ ਵੀ ਜੀ। ਜੇ ਬੰਦੇ ਜਿਨ੍ਹਾਂ ਜੀਵਨ ਇਖਲਾਕ ਇੰਨਾ ਡਿੱਗ ਗਿਆ ਹੋਵੇ, ਉਹ ਬੰਦੇ ਉਹਨਾਂ ਤੋਂ ਕੀ ਆਸ ਕੀਤੀ ਜਾ ਸਕਦੀ ਕਿ ਉਹ ਸਾਹਿਤ ਦੀ ਸੇਵਾ ਕਰ ਰਹੇ ਨੇ ਤੇ ਫਿਰ ਕਹਿਣਾ ਸੱਭਿਆਚਾਰ ਦੀ ਸੇਵਾ ਕਰ ਰਹੇ ਹਾਂ ਅਸੀਂ। ਸੱਭਿਆਚਾਰ ਦਾ ਮਤਲਬ ਹੈ ਜਿਹੜੇ ਬੰਦੇ ਸਿਵਲਾਈਜ਼ਡ ਨੇ ਜੀ, ਸੱਭਿਅ ਨੇ, ਪਰ ਐਸੇ ਬੰਦੇ ਸੋ ਸਮਾਜ ਦੀ ਕੀ ਸੇਵਾ ਕਰਨਗੇ। ਅਫਸੋਸ ਕਿ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦੀਆਂ ਹੋਰ ਡੂੰਘੀਆਂ ਹੁੰਦੀਆਂ ਜਾ ਰਹੀਆਂ। ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਕਿ ਮਕਸਦ ਕੁਝ ਹੋਰ ਹੁੰਦਾ ਹੈ, ਸਹਾਰਾ ਕਿਸੇ ਚੀਜ਼ ਦਾ ਲਿਆ ਜਾਂਦਾ। ਇਸੇ ਤਰੀਕੇ ਨਾਲ ਬਾਣੀ ਦਾ ਵੀ ਅਸੀਂ ਆਮ ਤੌਰ 'ਤੇ ਗੱਲਬਾਤ ਕਰਦੇ ਹਾਂ ਕਿ ਬਾਣੀ ਦਾ ਸਹਾਰਾ ਲੈ ਕੇ ਜਿਸ ਤਰ੍ਹਾਂ ਕਨਫਿਊਜ਼ਨ ਕ੍ਰੀਏਟ ਕੀਤੀ ਜਾ ਰਹੀ ਹੈ, ਬਾਣੀਆਂ ਦੀ ਦੁਕਾਨ ਦੇ ਮਤਲਬ ਜਿਹੜੇ ਇਹਨਾਂ ਨੂੰ ਤੋੜ ਮਰੋੜ ਕੇ ਸਾਡੇ ਸਾਹਮਣੇ ਹੀ ਹੈ। ਇਹੀ ਹੈ ਕਿ ਅਸੀਂ ਜਾਗ ਜਾਈਏ, ਕਿਉਂਕਿ ਅਵੇਸਲੇ ਬਹੁਤ ਸਮਾਂ ਹੋ ਗਿਆ ਸੁੱਤੇ ਹੋਏ, ਹੁਣ ਜਾਗਾਂਗੇ ਤਦ ਹੀ ਅਸੀਂ ਕਿਸੇ ਮੁਕਾਮ ਤੇ ਪਹੁੰਚ ਸਕਾਂਗੇ ਜੀ। ਤੇ ਫਿਰ ਐਸੇ ਲੋਕ ਜੋ ਗਲਤ ਕੰਮ ਕਰਦੇ ਨੇ ਉਹ ਫਿਰ ਵੇਦਾਂ ਮੇਂ ਨਾਮ ਉੱਤਮ ਸੋ ਸੁਣੇ ਨਹੀਂ, ਧਾਰਮਿਕ ਗ੍ਰੰਥਾਂ ਦੇ ਵਿੱਚ ਜੋ ਸੱਚ ਦੀ ਗੱਲ ਕੋਈ ਹੈ ਉਹ ਨਹੀਂ ਸੁਣਦੇ। ਉਹਦੇ ਵਿੱਚੋਂ ਗਲਤ ਗੱਲਾਂ ਜਿਹੜੀਆਂ ਆਪਣੇ ਹਿਸਾਬ ਨਾਲ ਬਣਾ ਕੇ ਉਹਨੂੰ ਪੇਸ਼ ਕਰਨਗੇ ਕਿ ਦੇਖੋ ਉੱਥੇ ਲਿਖਿਆ ਸੀ, ਤਾਂ ਜੇ ਅਸੀਂ ਜਪ ਤਪ ਕਰ ਰਹੇ ਹਾਂ ਗੁਰਬਾਣੀ 'ਚ ਲਿਖਿਆ ਹੋਇਆ ਹੈ। ਗੁਰਬਾਣੀ ਜਿਹੜਾ ਜਪ ਤਪ ਦਾ ਕੰਸੈਪਟ ਉਹ ਹੋਰ ਹੈ ਤੇ ਉਹ ਕਰਦੇ ਕੋਈ ਹੋਰ ਨੇ। ਸੋ ਸੁਣੇ ਨਹੀਂ ਫਿਰੇ ਜੋ ਬੇਤਾਲਿਆ, ਐਸੇ ਬੰਦੇ ਬੇਤਾਲ ਕਹਿੰਦੇ ਜਿਹਨੂੰ ਜ਼ਿੰਦਗੀ ਦਾ ਚੱਜ ਭੁੱਲ ਗਿਆ ਹੈ, ਜੋ ਤਾਲ ਤੋਂ ਖੁੰਝ ਗਿਆ, ਭੂਤ ਨਾ ਬਣਿਆ ਫਿਰਦਾ ਹੈ। ਭੂਤ ਲੱਭਣ ਵਾਸਤੇ ਬਾਹਰ ਜਾਣ ਦੀ ਲੋੜ ਨਹੀਂ। ਉਹ ਬੰਦਾ ਜਿਸ ਦੇ ਅੰਦਰ ਸੱਚ ਨਹੀਂ ਹੈ, ਪੁੱਤ ਜਨੂਰਾ ਧੀ ਜਨੂਰਾ ਜੋਰੂ ਜਿਨ੍ਹਾਂ ਦਾ ਸਿਕਦਾਰ, ਜਿਨ੍ਹਾਂ ਅੰਦਰ ਸੱਚ ਨਹੀਂ, ਕਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ ਭੂਤ ਨੇ ਪੈਦਾ ਹੋ ਰਹੇ ਨੇ, ਜਿਨ੍ਹਾਂ ਅੰਦਰ ਸੱਚ ਨਹੀਂ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜਿਉ ਹਾਰਿਆ। ਜਿਨ੍ਹਾਂ ਨੇ ਸੱਚ ਵਿਸਾਰ ਦਿੱਤਾ, ਝੂਠ ਦੇ ਆਸਰੇ ਲੱਗ ਗਏ ਨੇ, ਉਹਨਾਂ ਮਨੁੱਖਾਂ ਨੇ ਆਪਣਾ ਜੀਵਨ ਹਾਰ ਦਿੱਤਾ ਹੈ। ਬਿਲਕੁਲ
ਤੇ 20ਵੀਂ ਪੌੜੀ ਸਤਿਗੁਰੂ ਕਹਿੰਦੇ ਨੇ ਹੂੰ ਇਸੇ ਗੱਲ ਤੋਂ ਬਿਲਕੁਲ ਅਪੋਜਿਟ, ਜੀਓ ਨਿਰਮਲ ਬਾਹਰੋਂ ਨਿਰਮਲ। ਜਿਹੜੇ ਅੰਦਰੋਂ ਨਿਰਮਲ ਨੇ ਉਹਨਾਂ ਨੂੰ ਬਾਹਰੋਂ ਨਿਰਮਲ ਹੀ ਨਿਰਮਲ ਨੇ। ਠੀਕ। ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੇ ਅਨੁਸਾਰ ਕਮਾਈ ਕੀਤੀ ਹੈ, ਗੁਰੂ ਦੀ ਸਿੱਖਿਆ ਨੂੰ ਮੰਨ ਲਿਆ ਹੈ, ਉਹ ਮਨੁੱਖ ਅੰਦਰੋਂ ਬਾਹਰੋਂ ਪਵਿੱਤਰ ਨੇ। ਉਹਨਾਂ ਦਾ ਜੀਵਨ ਸਾਰਾ ਹੀ ਪਵਿੱਤਰ, ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ। ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸਚ ਸਮਾਣੀ। ਉਹਨਾਂ ਦੇ ਜੀਵਨ ਨੂੰ ਕੂੜ ਦੀ ਖਬਰ ਵੀ ਨਹੀਂ ਪਹੁੰਚਦੀ। ਭਾਵ ਕਿ ਕੂੜ ਦਾ, ਝੂਠ ਦਾ ਉਹਨਾਂ ਦੇ ਜੀਵਨ ਤੇ ਮਾੜਾ ਜਿਹਾ ਵੀ ਅਸਰ ਨਹੀਂ ਹੋ ਸਕਦਾ। ਦੂਜੇ ਪਾਸੇ ਜਿਹੜੇ ਔਗਣੀ ਬੰਦੇ ਨੇ ਉਹਨਾਂ ਦੇ ਅੰਦਰ ਸੱਚ, ਕਾਲ, ਕੂੜ, ਵਰਤਿਆ, ਕਲਕਾਲਕ, ਬੇਤਾਲ ਵਾਲੀ ਗੱਲ। ਤੇ ਜਿਹੜੇ ਸੱਚ ਦੇ ਨਾਲ ਜੁੜੇ ਨੇ ਕਹਿੰਦੇ ਉਹਨਾਂ ਦੇ ਨੇੜੇ ਕੂੜ, ਝੂਠ, ਫਰੇਬ, ਔਗਣ ਜਾ ਹੀ ਨਹੀਂ ਸਕਦੇ, ਉਹਨਾਂ ਤੋਂ ਬਚ ਕੇ ਰਹਿੰਦੇ ਨੇ। ਮਨਸਾ ਸੱਚ ਸਮਾਣੀ, ਤੇ ਉਹਨਾਂ ਦੀ ਮਨਸਾ, ਮਨ ਦੀ ਇੱਛਾ ਜੋ ਹੈ, ਮਨ ਦੀ ਇੱਛਾ ਵੀ ਸੱਚ ਵਿੱਚ ਹੀ ਸਮਾਈ ਰਹਿੰਦੀ। ਉਹਨਾਂ ਦੇ ਜੀਵਨ ਦਾ ਮਕਸਦ ਇਹ ਰਹਿੰਦਾ ਹੈ ਕਿ ਅਸੀਂ ਸੱਚ ਨੂੰ ਜਿੰਨਾ ਕਮਾ ਸਕਦੇ ਹਾਂ, ਸੱਚ ਤੇ ਜਿੰਨਾ ਪਹਿਰਾ ਦੇ ਸਕਦੇ ਹਾਂ ਉਨਾ ਦੇਈਏ। ਉਹ ਸੱਚ ਦੇ ਆਧਾਰ ਤੇ ਹੀ ਆਪਣਾ ਜੀਵਨ ਬਤੀਤ ਕਰਦੇ ਨੇ। ਐਸੇ ਮਨੁੱਖਾਂ ਨੇ ਜਨਮ ਰਤਨ ਜਿਨੀ ਖੱਟਿਆ, ਇਹ ਕੀਮਤੀ ਮਨੁੱਖਾ ਜੀਵਨ ਦਾ ਲਾਹਾ ਉਹਨਾਂ ਨੇ ਪ੍ਰਾਪਤ ਕਰ ਲਿਆ। ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਉਹਨਾਂ ਦੀ ਬਣ ਗਈ। ਭਲੇ ਸੇ ਵਣਜਾਰੇ, ਉਹ ਵਣਜਾਰੇ, ਉਹ ਮਨੁੱਖ ਜੋ ਇਸ ਸੰਸਾਰ ਵਿੱਚ ਸੱਚ ਦਾ ਵਪਾਰ ਕਰਨ ਵਾਸਤੇ ਆਏ ਨੇ, ਨਿਰਮਲ ਜੀਵਨ ਵਾਲੇ ਨੇ, ਪਵਿੱਤਰ ਜੀਵਨ ਵਾਲੇ ਨੇ। ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ। ਪਾਤਸ਼ਾਹ ਕਹਿੰਦੇ ਨੇ ਇਹ ਭਾਈ, ਜਿਨ੍ਹਾਂ ਦਾ ਮਨ ਪਵਿੱਤਰ ਹੋ ਗਿਆ ਉਹ ਮਨੁੱਖ ਸਦਾ ਹੀ ਗੁਰੂ ਦੇ ਨਾਲ ਰਹਿੰਦੇ ਹਨ। ਪਰ ਗੁਰੂ ਪਾਤਸ਼ਾਹ ਨੇ ਬੜੇ ਕਮਾਲ ਦੇ ਬਚਨ ਆਖੇ ਹਨ ਕਿ ਜੇ ਬੰਦਾ ਬਾਹਰੋਂ ਅਪਵਿੱਤਰ ਰਹੇ ਤੇ ਅੰਦਰੋਂ ਅਪਵਿੱਤਰ ਰਹੇ ਤੇ ਬਾਹਰੋਂ ਕਹੇ ਕਿ ਮੈਂ ਨਿਰਮਲ ਹਾਂ, ਮੇਰੇ ਵਿਕਾਰਾਂ ਤੇ ਮੇਰੇ ਕਰਮਾਂ ਤੇ ਪਰਦਾ ਪੈ ਜਾਏਗਾ, ਇਹ ਨਹੀਂ ਹੋ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਦਿਨ ਦੇ ਵਿੱਚ ਸੂਰਜ ਨਿਕਲਦਾ ਹੈ, ਸੂਰਜ ਦਾ ਪ੍ਰਕਾਸ਼ ਚਿੱਟਾ ਬਿਲਕੁਲ, ਉਹਦੇ ਵਿੱਚ ਵੀ ਜਿਨ੍ਹਾਂ ਲੋਕਾਂ ਦੇ ਕਰਮ ਕਾਲੇ ਨੇ ਉਹਨਾਂ ਤੇ ਪਰਦਾ ਨਹੀਂ ਪੈ ਸਕੇਗਾ। ਤੇ ਰਾਤ ਦੇ ਹਨੇਰੇ ਵਿੱਚ ਵੀ ਜਿਹੜੇ ਮਨੁੱਖ ਚੰਗੇ ਕੰਮ ਕਰਦੇ ਨੇ, ਰਾਤ ਦਾ ਹਨੇਰਾ ਉਹਨਾਂ ਦੇ ਚੰਗੇ ਕਰਮਾਂ ਨੂੰ ਲੁਕੋ ਨਹੀਂ ਸਕੇਗਾ। ਸਤਿਗੁਰੂ ਦੇ ਬਚਨ ਨੇ ਕਿ ਦੇਹ ਬੱਗਾ ਤਪੇ ਕਣਾ, ਕਾਲਿਆਂ ਕਾਲੇ ਬੰਦ। ਜਿਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਦਿਨ ਦੇ ਵਿੱਚ ਵੀ ਉਹ ਕਾਲੀਆਂ ਰਹਿੰਦੀਆਂ ਨੇ, ਤੇ ਰਾਤ ਦੇ ਵਿੱਚ ਜਿਨ੍ਹਾਂ ਦੇ ਕਰਮ ਚੰਗੇ ਨੇ, ਰਾਤੀ ਹੋਵੇ ਕਾਲੀਆਂ ਸੁਪੇ ਦਾਸੇ ਵਨ। ਉਹਨਾਂ ਦੇ ਚੰਗੇ ਕਰਮ ਚਿੱਟੇ ਚਮਕਦੇ ਨੇ ਰਾਤ ਦੇ ਵਿੱਚ, ਭਾਵ ਕਿ ਉਹਨਾਂ ਦੇ ਕਰਮ ਜਿਹੜੇ ਨੇ ਸਦਾ ਪਵਿੱਤਰ ਰਹਿੰਦੇ ਨੇ। ਉਹ ਔਗੁਣਾਂ ਦਾ ਸਹਾਰਾ ਨਹੀਂ ਲੈਂਦੇ, ਜਿਨ੍ਹਾਂ ਦਾ ਮਨ ਗੁਰੂ ਦੀ ਬਾਣੀ ਦੇ ਨਾਲ ਲੱਗ ਕੇ ਪਵਿੱਤਰ ਹੋ ਗਿਆ ਹੈ। ਬਹੁਤ ਧੰਨਵਾਦ ਭਾਈ ਸਾਹਿਬ। 20ਵੀਂ ਪੌੜੀ ਤੱਕ ਜੋ ਅਸੀਂ ਸਫ਼ਰ ਪੂਰਾ ਕੀਤਾ, ਇਸ ਵਿੱਚ ਗੁਰੂ ਦੇ ਉਪਦੇਸ਼ ਨਾਲ ਇਹ ਸਮਝ ਸਕੀਏ ਤੇ ਜੁੜ ਸਕੀਏ। ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਰੀਰਾ ਮੇਰਿਆ, ਇਸ ਜਗ ਮੇਂ ਆਏ ਕੇ ਕਿਆ ਤੁਧ ਕਰਮ ਕਮਾਇਆ। ਅੱਜ ਗੁਰੂ ਸਾਹਿਬ ਨੇ 19ਵੀਂ ਤੇ 20ਵੀਂ ਪੌੜੀ ਵਿੱਚ ਜੋ ਸਾਡੇ ਨਾਲ ਸਾਂਝ ਪਾਈ ਹੈ, ਉਸ ਵਿੱਚ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਅਸੀਂ ਇਸ ਜੀਵਨ ਨੂੰ ਜਿੱਤ ਕੇ ਜਾਣਾ ਜਾਂ ਹਾਰ ਕੇ ਜਾਣਾ ਹੈ। ਫਰੀ ਵਿਲ ਸਾਨੂੰ ਦੇ ਦਿੱਤੀ, ਰਸਤਾ ਸਾਨੂੰ ਪਤਾ ਹੈ, ਹੁਣ ਰਸਤੇ 'ਤੇ ਤੁਰਨਾ ਤਾਂ ਸਾਨੂੰ ਆਪ ਹੀ ਪਏਗਾ। ਜਦ ਤੱਕ ਅਸੀਂ ਇਹ ਚੀਜ਼ ਨੂੰ, ਸੋਚ ਨੂੰ ਆਪਣੇ ਜੀਵਨ ਵਿੱਚ ਨਹੀਂ ਗ੍ਰਹਿਣ ਕਰਦੇ ਕਿ ਅਸੀਂ ਆਪਣੇ ਇਸ ਜੀਵਨ ਨੂੰ ਜਿੱਤ ਕੇ ਜਾਣਾ ਹੈ, ਜਾਂ ਅਸੀਂ ਸਿਰਫ ਮਾਇਕ ਤੌਰ ਦੇ ਉੱਤੇ ਹੀ ਜਾਂ ਹੋਰ ਵਿਵਚਾਰਾਂ 'ਚ ਹੀ ਫਸ ਕੇ ਆਪਣੇ ਜੀਵਨ ਨੂੰ ਗੁਜ਼ਾਰ ਦੇਣਾ ਹੈ, ਤਾਂ ਫਿਰ ਸਾਡਾ ਜੀਵਨ ਜੋ ਹੈ ਉਹ ਗੁਰਬਾਣੀ ਅਨੁਸਾਰ ਅਸੀਂ ਜਿੱਤਾਂਗੇ ਨਹੀਂ। ਸੋ ਆਓ ਯਤਨ ਕਰੀਏ ਕਿ ਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ। ਪ੍ਰੋਗਰਾਮ ਦੀ ਕਰਦੇ ਇੱਥੇ ਹੀ ਸਮਾਪਤੀ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। ਕੈਨੇਡਾ ਭਰ ਵਿੱਚ ਇਹ ਪ੍ਰੋਗਰਾਮ ਤੁਸੀਂ ਬੈਲ ਟੀਵੀ ਸੈਟੇਲਾਈਟ ਤੇ 656 ਚੈਨਲ ਤੇ ਦੇਖ ਸਕਦੇ ਹੋ। ਉਸ ਤੋਂ ਇਲਾਵਾ ਰੋਜਰਸ ਅਤੇ ਸ਼ੌ ਕੇਬਲ ਤੇ ਵੀ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ, ਨਾਲ ਹੀ ਟੈਲਿਸ ਦੇ ਉੱਤੇ ਵੀ। ਸੋ ਕੋਈ ਵੀ ਤੁਹਾਡੇ ਕੋਲ ਸਵਾਲ ਹੋਏ ਜਿਹੜਾ ਇਸ ਨਾਲ ਸੰਬੰਧਿਤ ਹੋਏ, ਜੋ ਅਸੀਂ ਗੱਲਬਾਤ ਕੀਤੀ ਹੈ, ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ। 604 603 7555। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।